ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮੰਨਣ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਅੱਜ ਦਾ ਦਿਨ ਆਪ ਨੇ ਸਾਨੂੰ ਦਿੱਤਾ ਹੈ ਕਿ ਇਸ ਵਿੱਚ ਅਸੀਂ ਤੇਰੀ ਉਸਤਤ ਕਰੀਏ, ਤੇਰੀ ਵਡਿਆਈ ਕਰੀਏ ਅਤੇ ਤੇਰੇ ਨਾਮ ਨੂੰ ਆਦਰ ਕਰੀਏ। ਪਰਮੇਸ਼ਰ ਤਾਂ ਬਹੁਤ ਸਾਰੇ ਲੋਕ ਅੱਜ ਦੇ ਦਿਨ ਨੂੰ ਨਹੀਂ ਵੇਖ ਸਕੇ, ਇਸ ਦੁਨੀਆ ਤੋਂ ਚਲਣਾ ਕਰ ਗਏ, ਪਰ ਆਪ ਨੇ ਸਾਨੂੰ ਜੀਵੰਤ ਰੱਖਿਆ ਕਿ ਅਸੀਂ ਤੇਰੀ ਮਹਿਮਾ ਕਰਦੇ ਹੋਏ ਤੇਰੇ ਰਾਜ ਵਿੱਚ ਦਿਨ ਪ੍ਰਤੀ ਦਿਨ ਤੇਰੇ ਵਿੱਚ ਵਧੀਏ। ਤੇਰੇ ਵਚਨ ਦੇ ਵਿੱਚੋਂ ਜੋ ਵੀ ਅੱਜ ਸਿੱਖੀਏ ਉਸ ਦੇ ਅਨੁਸਾਰ ਸਾਨੂੰ ਚੱਲਣ ਦੇ ਲਈ ਮਦਦ ਕਰੇ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਜੋ ਅੱਜ ਦਾ ਮੈਂ ਵਚਨ ਲਿਆ ਹੈ ਉਹ ਲਿਆ ਹੈ ਯਹੋਸ਼ੂ 24 ਉਸ ਦਾ 15 ਆਇਤ ਵਿੱਚੋਂ। ਇਸ ਵਿੱਚ ਪਰਮੇਸ਼ਰ ਦਾ ਦਾਸ ਪੌਲਸ ਆਪਣੀ ਸੱਚਾਈ ਨੂੰ ਯਹੋਸ਼ੂ ਆਪਣੀ ਸੱਚਾਈ ਨੂੰ ਸਾਡੇ ਵਿੱਚ ਪ੍ਰਗਟ ਕਰ ਰਿਹਾ ਹੈ। ਉਹ ਸੱਚਾਈ ਮੈਂ ਆਪ ਦੇ ਅੱਗੇ ਯਹੋਸ਼ੂ ਦੀ ਪੁਸਤਕ ਉਸ ਦਾ 24 ਅਧਿਆਏ ਉਸ ਦੀ 15 ਆਇਤ ਨੂੰ ਮੈਂ ਆਪ ਦੇ ਅੱਗੇ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਅਤੇ ਜੇਕਰ ਯਹੋਵਾ ਦੀ ਸੇਵਾ ਕਰਨੀ ਤੁਹਾਨੂੰ ਬੁਰੀ ਲੱਗੇ ਤਾਂ ਅੱਜ ਚੁਣ ਲਵੋ ਤੁਸੀਂ ਕਿਸ ਦੀ ਸੇਵਾ ਕਰੋਗੇ, ਚਾਹੇ ਉਹਨਾਂ ਦੇਵਤਿਆਂ ਦੀ ਜਿਨ੍ਹਾਂ ਦੀ ਸੇਵਾ ਤੁਹਾਡੇ ਪੁਰਖਾ ਮਹਾਨ ਅਤੇ ਉਸ ਪਾਰ ਕਰਦੇ ਸੀ, ਜਾਂ ਚਾਹੇ ਅਮੋਰੀਆਂ ਦੇ ਦੇਵਤਾਂ ਦੀ ਸੇਵਾ ਕਰੋ ਜਿਸ ਦੇ ਦੇਸ਼ ਵਿੱਚ ਤੁਸੀਂ ਰਹਿੰਦੇ ਹੋ, ਪਰ ਮੈਂ ਤਾਂ ਆਪਣੇ ਘਰਾਣੇ ਸਮੇਤ ਯਹੋਵਾ ਹੀ ਦੀ ਸੇਵਾ ਕਰਾਂਗਾ। ਇੱਥੇ ਯਹੋਸ਼ੂ ਆਪਣੇ ਲੋਕਾਂ ਦੇ ਵਿੱਚ ਵਿਅਕਤੀਗਤ ਇੱਕ ਚੁਣੌਤੀ ਦੇ ਰਿਹਾ ਹੈ। ਅੱਜ ਸਾਡੇ ਜੀਵਨਾਂ ਦੇ ਵਿੱਚ ਵੀ ਇਹ ਚੁਣੌਤੀ ਹੋਣੀ ਜ਼ਰੂਰੀ ਹੈ। ਅਸੀਂ ਇਸ ਚੁਣੌਤੀ ਦੇ ਬਾਰੇ ਆਪਣੇ ਜੀਵਨ ਦੇ ਵਿੱਚ ਬਹੁਤ ਘੱਟ ਫੈਸਲਾ ਲੈਂਦੇ ਹਾਂ ਤੇ ਦੇਖਦੇ ਹਾਂ, ਔਰ ਅਸੀਂ ਫੈਸਲਾ ਲੈਣ ਲੱਗਿਆਂ ਵੀ ਇਹ ਦੇਖਦੇ ਹਾਂ ਕਿ ਮੇਰਾ ਇਸ ਵਿੱਚ ਲਾਭ ਕੀ ਹੈ, ਮੇਰਾ ਇਸ ਵਿੱਚ ਲਾਭ ਕੀ ਹੈ। ਪਰ ਅਸੀਂ ਇਹ ਨਹੀਂ ਸੋਚਦੇ ਹਾਂ ਕਿ ਮੇਰੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਇਸ ਦੇ ਵਿੱਚ ਕੀ ਉਦੇਸ਼ ਹੈ, ਉਸ ਦੀ ਮੇਰੇ ਜੀਵਨ ਦੇ ਵਿੱਚ ਕੀ ਮਰਜ਼ੀ ਹੈ। ਅਸੀਂ ਇਸ ਗੱਲ ਦੇ ਉੱਤੇ ਧਿਆਨ ਨਹੀਂ ਦਿੰਦੇ। ਬਾਣੀ ਦੇ ਵਿੱਚ ਜੋ ਅੱਜ ਅਸੀਂ ਵਚਨ ਲਿਆ ਹੈ ਉਸ ਦੇ ਵਿੱਚ ਇੱਕ ਖਾਸ ਗੱਲ ਮੈਂ ਆਪ ਦੇ ਅੱਗੇ ਸਬਜੈਕਟ ਦੇ ਵਜੋਂ ਰੱਖ ਰਿਹਾ ਹਾਂ। ਤੁਸੀਂ ਉਸ ਨੂੰ ਚੁਣ ਲਓ, ਤੁਸੀਂ ਉਸ ਨੂੰ ਚੁਣ ਲਓ ਜੋ ਤੁਹਾਡੇ ਲਾਭ ਦੇ ਲਈ ਹੈ। ਤੁਸੀਂ ਉਸ ਨੂੰ ਚੁਣ ਲਓ। ਅਸੀਂ ਚੁਣਾਵ ਕਰਨ ਦੇ ਵਿੱਚ ਅਕਸਰ ਡਿੱਗ ਜਾਂਦੇ ਹਾਂ, ਮਾਰ ਖਾਂਦੇ ਹਾਂ। ਇਹ ਚੁਣੌਤੀ ਪਰਮੇਸ਼ਵਰ ਦੇ ਲੋਕਾਂ ਨੂੰ ਕਈ ਮੌਕਿਆਂ ਤੇ ਦਿੱਤੀ ਜਾਂਦੀ ਹੈ। ਕਈ ਮੌਕੇ, ਬਹੁਤ ਮੌਕੇ ਆਉਂਦੇ ਆ। ਏਲੀਆ ਨੇ ਵੀ ਇਹ ਕਿਹਾ ਜਦ ਉਸਨੇ ਇਸਰਾਇਲ ਦੇ ਰਾਜਾ ਆਹਾਬ ਦੀਆਂ ਮੂਰਤਾਂ ਦਾ ਸਾਹਮਣਾ ਕੀਤਾ। ਰਾਜਾ ਆਹਾਬ ਨੇ ਪਰਮੇਸ਼ਰ ਦੀ ਵਿਵਸਥਾ ਦੇ ਵਿਰੋਧ ਕਦਮ ਚੁੱਕਿਆ। ਇਹ ਕਦਮ ਚੁੱਕਣਾ ਕੀ ਸੀ? ਪਰਮੇਸ਼ਰ ਨੇ ਕਿਹਾ ਸੀ, ਤੁਸੀਂ ਪਰਾਈਆਂ ਕੌਮਾਂ ਦੇ ਲੋਕਾਂ ਦੇ ਜਿਹੇ ਕੰਮ ਨਾ ਕਰਨਾ। ਤੁਸੀਂ ਉਹਨਾਂ ਵਿੱਚੋਂ ਨਾ ਤਾਂ ਕੁਝ ਲੈਣਾ, ਨਾ ਕੁਝ ਦੇਣਾ, ਨਾ ਵਿਆਹ ਕਰਾਉਣਾ, ਨਾ ਉਹਨਾਂ ਨਾਲ ਨੇਮ ਬੰਨ੍ਹਣਾ। ਪਰ ਰਾਜਾ ਆਹਾਬ ਨੇ ਪਰਮੇਸ਼ਰ ਦੇ ਵਿਰੁੱਧ ਇੱਕ ਕਦਮ ਚੁੱਕ ਲਿਆ। ਉਸ ਦਾ ਚੁਣਾਵ ਬੜਾ ਗਲਤ ਸੀ, ਔਰ ਉਸ ਚੁਣਾਵ ਦੇ ਨਾਲ ਉਹਨੇ ਆਪਣਾ ਤਾਂ ਵਿਨਾਸ਼ ਕੀਤਾ ਪਰ ਆਪਣੇ ਕੁੱਲ ਦਾ ਵੀ ਵਿਨਾਸ਼ ਕੀਤਾ। ਬਾਈਬਲ ਦੇ ਵਿੱਚ ਜਦੋਂ ਅਸੀਂ ਪਰਮੇਸ਼ਰ ਦੀ ਵਿਵਸਥਾ ਪੜ੍ਹਦੇ ਹਾਂ, ਮੈਂ ਆਪ ਦੇ ਅੱਗੇ ਪਰਮੇਸ਼ਰ ਦੀ ਵਿਵਸਥਾ ਉਸ ਦਾ
ਜਦੋਂ ਮੈਂ ਪਰਮੇਸ਼ਰ ਦੀ ਨਿਯਮ ਦੀ ਵਿਵਸਥਾ ਨੂੰ ਪੜ੍ਹਦਾ ਹਾਂ, ਜਿਹੜੀ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਦਿੱਤੀ ਹੈ, ਉਹਦੇ ਵਿੱਚ 10 ਹੁਕਮ ਬੜੇ ਸਾਫ਼ ਰੀਤੀ ਨਾਲ ਦਿੱਤੇ ਹੈ। ਜਦੋਂ ਮੈਂ ਕੂਚ ਦੀ ਪੁਸਤਕ ਉਹਦੇ 20 ਅਧਿਆਏ ਨੂੰ, ਜਿੱਥੇ ਪਰਮੇਸ਼ਰ ਨੇ ਉਹਨਾਂ ਨੂੰ, ਇਸਰਾਈਲੀਆਂ ਨੂੰ ਵਿਵਸਥਾ ਦਿੱਤੀ ਸੀ, ਉਹਨਾਂ ਨੂੰ ਕਿਹਾ ਸੀ, ਜੇ ਤੁਸੀਂ ਉਹ ਕੰਮ ਕੀਤੇ ਜਿਨ੍ਹਾਂ ਦਾ ਮੈਂ ਕਰਨ ਨੂੰ ਤੁਹਾਨੂੰ ਕਿਹਾ ਹੈ, ਤਾਂ ਮੈਂ ਤੁਹਾਡੇ ਕੋਲੋਂ ਕਿੱਥੇ ਤੱਕ ਪਲਟਾ ਲਵਾਂਗਾ। ਮੈਂ ਆਪ ਦੇ ਲਈ ਪੜ੍ਹ ਰਿਹਾ, 5 ਆਇਤ ਹੈ 20:5 ਕੂਚ ਦੀ ਪੁਸਤਕ। ਤੂੰ ਉਹਨਾਂ ਨੂੰ ਦੰਡਵਤ ਨਾ ਕਰਨਾ, ਨਾ ਉਹਨਾਂ ਦੀ ਉਪਾਸਨਾ ਕਰਨਾ, ਕਿਉਂਕਿ ਮੈਂ ਤੇਰਾ ਪਰਮੇਸ਼ਰ ਜਲ ਉੱਠਣ ਵਾਲਾ ਪਰਮੇਸ਼ਰ ਹਾਂ, ਅਤੇ ਜੋ ਮੇਰੇ ਨਾਲ ਬੈਰ ਰੱਖਦੇ ਆ, ਮੈਂ ਉਹਨਾਂ ਦੇ ਬੇਟਿਆਂ, ਪੋਤਿਆਂ, ਪਰਪੋਤਿਆਂ ਨੂੰ ਪਿਤਰਾਂ ਦਾ ਦੰਡ ਦੇਵਾਂਗਾ। ਦੇਖੋ ਕਿੱਥੇ ਤੱਕ ਗੱਲ ਕਰ ਰਿਹਾ, ਬੇਟੇ, ਪੋਤੇ, ਪਰਪੋਤੇ ਅਤੇ ਪਿਤਰਾਂ ਨੂੰ ਦੰਡ ਦੇਵਾਂਗਾ। ਗਲਤੀ ਸਾਡੀ ਹੈ ਤੇ ਦੰਡ ਵੀ ਤਾਂ ਅਸੀਂ ਭੋਗਣਾ। ਇੱਥੇ ਰਾਜਾ ਆਹਾਬ ਨੂੰ ਇਹ ਦੰਡ ਪਰਮੇਸ਼ਵਰ ਨੇ ਦਿੱਤਾ ਹੈ। ਅਸੀਂ ਜਦੋਂ ਪਹਿਲਾ ਰਾਜਿਆਂ ਦੀ ਪੁਸਤਕ ਉਹਦਾ 18 ਅਧਿਆਏ ਪੜਾਂਗੇ ਤਾਂ ਇਹ ਗੱਲਾਂ ਸਾਨੂੰ ਸਾਫ਼ ਰੀਤੀ ਨਾਲ ਸਮਝ ਆ ਜਾਣਗੀਆਂ। ਧਾਰਮਿਕ ਆਗੂਆਂ ਨੂੰ ਵੀ ਪ੍ਰਭੂ ਦੁਆਰਾ ਇਹ ਚੁਣੌਤੀ ਦਿੱਤੀ ਗਈ ਸੀ ਕਿ ਜਦ ਉਹਨੂੰ ਪੁੱਛਿਆ ਗਿਆ ਕਿ ਕੈਸਰ ਨੂੰ ਜਜ਼ੀਆ ਭਾਵ ਕੈਸਰ ਨੂੰ ਕਰ ਦੇਣਾ ਚਾਹੀਦਾ ਹੈ ਜਾਂ ਨਹੀਂ, ਕੈਸਰ ਨੂੰ ਕਰ ਦੇਣਾ ਚਾਹੀਦਾ ਹੈ ਜਾਂ ਨਹੀਂ, ਪ੍ਰਭੂ ਨੇ ਇਹ ਕਹਿ ਕੇ ਜਵਾਬ ਦਿੱਤਾ, ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ, ਜਿਹੜੀਆਂ ਪਰਮੇਸ਼ਰ ਦੀਆਂ ਹਨ ਪਰਮੇਸ਼ਰ ਨੂੰ ਦਿਓ। ਮਤੀ ਰਚੀ ਸੁਸਮਾਚਾਰ ਉਸ ਦਾ 22 ਅਧਿਆਇ ਉਸ ਦੀ 21 ਆਇਤ ਦੇ ਵਿੱਚ ਇਹ ਗੱਲ ਸਾਫ਼ ਰੀਤੀ ਨਾਲ ਲਿਖੀ ਹੋਈ ਹੈ। ਮੈਂ ਆਪਣੇ ਜੀਵਨ ਦੇ ਵਿੱਚ ਜਦੋਂ ਪਰਮੇਸ਼ਰ ਦੇ ਧਾਰਮਿਕ ਕਦਮਾਂ ਦੇ ਵਿੱਚ ਜਾਂ ਆਪਣੇ ਜੀਵਨ ਦੇ ਲਈ ਕੋਈ ਵੀ ਫੈਸਲਾ ਲੈਣਾ ਹੈ ਤਾਂ ਮੈਂ ਪਰਮੇਸ਼ਰ ਕੋਲ ਨਹੀਂ ਜਾਂਦਾ, ਦੁਨੀਆ ਦੇ ਕੋਲ ਜਾਂਦਾ। ਦੁਨੀਆ ਮੇਰੇ ਜੀਵਨ ਦਾ ਫੈਸਲਾ ਨਹੀਂ ਕਰ ਸਕਦੀ, ਪਰਮੇਸ਼ਰ ਮੇਰੇ ਜੀਵਨ ਦਾ ਫੈਸਲਾ ਕਰ ਸਕਦਾ ਹੈ। ਕਿਉਂ? ਕਿਉਂਕਿ ਉਹਦੇ ਹੱਥ ਦੇ ਵਿੱਚ ਤਰਾਜੂ ਹੈ, ਉਹਦੇ ਹੱਥ ਦੇ ਵਿੱਚ ਨਿਆਂ ਦਾ ਤਰਾਜੂ ਹੈ। ਜੇ ਮੈਂ ਪਰਮੇਸ਼ਰ ਦੇ ਨਾਲ ਹਾਂ ਤਾਂ ਮੇਰੇ ਲਈ ਜੀਵਨ, ਜੇ ਪਰਮੇਸ਼ਰ ਦੇ ਵਿੱਚ ਨਹੀਂ ਹਾਂ ਤਾਂ ਮੇਰੇ ਲਈ ਸਦਾ ਦੀ ਮੌਤ ਤੈਅ ਕੀਤੀ ਹੋਈ ਹੈ। ਇਸੇ ਕਰਕੇ ਤਾਂ ਇੱਥੇ ਯਹੋਸ਼ੂ ਨੇ ਕਿਹਾ ਸੀ, ਅੱਜ ਚੁਣ ਲਓ ਤੁਸੀਂ ਕਿਹਦੀ ਸੇਵਾ ਕਰਨੀ ਹੈ, ਅਮੋਰੀਆਂ ਦੀ ਜਾਂ ਮਹਾਨਦ ਦੇ ਉਸ ਪਾਰ ਜਿਹੜੇ ਤੁਹਾਡੇ ਬਾਪ ਦਾਦੇ ਪੂਜਾ ਦੇਵਤਿਆਂ ਦੀ ਕਰਦੇ ਆ ਰਹੇ, ਪਰ ਮੈਂ ਤਾਂ ਆਪਣੇ ਘਰਾਣੇ ਸਮੇਤ ਯਹੋਵਾ ਹੀ ਦੀ ਸੇਵਾ ਕਰਾਂ। ਯਹੋਸ਼ੂ ਦਾ ਫੈਸਲਾ ਸਦੀਵੀ ਫੈਸਲਾ ਸੀ। ਯਹੋਸ਼ੂ ਦਾ ਫੈਸਲਾ ਅਮਰਤਾ ਦਾ ਫੈਸਲਾ ਸੀ। ਯਹੋਸ਼ੂ ਦਾ ਫੈਸਲਾ ਜੁਗਾਨ ਯੁੱਗ ਦੇ ਨਾਲ ਪਰਮੇਸ਼ਰ ਦੇ ਵਿੱਚ ਰਾਜ ਕਰਨ ਦਾ ਸੀ। ਪਰ ਅਸੀਂ ਆਪਣੇ ਜੀਵਨ ਦੇ ਵਿੱਚ ਅੱਜ ਕੀ ਫੈਸਲਾ ਲੈ ਰਹੇ, ਇਸ ਦੇ ਬਾਰੇ ਮੈਂ ਅਤੇ ਆਪ ਨੇ ਸੋਚਣਾ ਹੈ। ਇਹ ਨੂੰ ਸਾਡੇ ਨਾਲ ਗੱਲ ਕਰਨੀ ਚਾਹੀਦੀ ਹੈ। ਕੀ ਗੱਲ ਕਰਨੀ ਚਾਹੀਦੀ ਹੈ? ਜਦੋਂ ਕੈਸਰ ਨੂੰ ਇਹ ਪੁੱਛਿਆ ਗਿਆ ਤਾਂ ਸਾਨੂੰ ਇਹ ਗੱਲ ਕਰਨੀ ਚਾਹੀਦੀ ਹੈ। ਕੈਸਰ ਦੇ ਮੋਹਰ ਸਿੱਕੇ ਉੱਤੇ ਸੀ, ਇਸ ਲਈ ਉਹਦਾ ਲੈਣਾ ਬਣਦਾ ਸੀ। ਉਹਦੇ ਲਈ ਅਸੀਂ ਪਰਮੇਸ਼ਰ ਦੇ ਸਰੂਪ ਉੱਤੇ ਬਣਾਏ ਗਏ ਅਤੇ ਸਿਰਜੇ ਗਏ ਹਾਂ। ਅਸੀਂ, ਮੈਂ ਅਤੇ ਆਪ ਪਰਮੇਸ਼ਰ ਦੇ ਸਰੂਪ ਉੱਤੇ ਸਿਰਜੇ ਗਏ ਹਾਂ। ਤਦ ਪਰਮੇਸ਼ਰ ਨੂੰ ਉਹ ਦੇਣਾ ਚਾਹੀਦਾ ਹੈ ਜਿਹੜਾ ਉਸ ਦੇ ਲਈ ਹੈ। ਅਸੀਂ ਕੀ ਦਿੰਦੇ ਹਾਂ? ਮੈਂ ਜਰਨਲ ਦੀ ਗੱਲ ਕਰਦਾ ਹਾਂ। ਜਦੋਂ ਸਾਡੇ ਵਿੱਚ ਪਰਮੇਸ਼ਵਰ ਦੇ ਦਿਨ ਦਾ ਟਾਈਮ ਆਉਂਦਾ ਹੈ, ਜਦੋਂ ਸਾਡੇ ਵਿੱਚ ਪਰਮੇਸ਼ਵਰ ਦੀ ਸੰਗਤ ਦਾ ਸਮਾਂ ਆਉਂਦਾ ਹੈ, ਜਦੋਂ ਸਾਡੇ ਵਿੱਚ ਕਿਸੇ ਕਾਟੇਜ ਮੀਟਿੰਗ ਦਾ ਸਮਾਂ ਆਉਂਦਾ ਹੈ, ਜਦੋਂ ਸਾਡੇ ਵਿੱਚ ਪ੍ਰਾਰਥਨਾ ਸਭਾ ਦਾ ਸਮਾਂ ਆਉਂਦਾ ਹੈ, ਜਦੋਂ ਸਾਡਾ ਕਿਸੇ ਆਪਣੇ ਭਾਈ ਭੈਣ ਦੇ ਨਾਲ
ਇੱਕ ਸਮਾਂ ਬਤੀਤ ਕਰਨ ਦਾ ਸਮਾਂ ਪ੍ਰਭੂ ਦੇ ਨਾਲ ਆਉਂਦਾ ਹੈ, ਅਸੀਂ ਉਸ ਵੇਲੇ ਉਜ਼ਰ ਬਹਾਨੇ ਲੱਭਦੇ ਹਾਂ। ਸਾਡੇ ਕੋਲ ਉਸ ਵੇਲੇ ਸਹੀ ਚੁਣਾਵ ਕਰਨ ਦਾ ਫੈਸਲਾ ਨਹੀਂ ਹੈ। ਕੋਈ ਆਪਣੇ ਰਿਸ਼ਤੇਦਾਰਾਂ ਦੇ ਆਪਣਾ ਜਾਣ ਦੀ ਕੋਸ਼ਿਸ਼ ਕਰਦਾ ਹੈ, ਕੋਈ ਆਪਣੇ ਮਿੱਤਰਾਂ ਦੇ ਨਾਲ ਜਾਣ ਦੀ ਕੋਸ਼ਿਸ਼ ਕਰਦਾ, ਕੋਈ ਸਿਨੇਮਾ ਸਕੋਪ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ, ਕੋਈ ਗੇਮ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਹੈ, ਕੋਈ ਕਿੱਥੇ ਜਾਣ ਦੀ ਕੋਸ਼ਿਸ਼ ਕਰਦਾ। ਪਰਮੇਸ਼ਵਰ ਦੇ ਨਾਲ ਉਹਨਾਂ ਦਾ ਪ੍ਰੇਮ ਨਹੀਂ, ਪਰਮੇਸ਼ਵਰ ਦੇ ਨਾਲ ਚੱਲਣ ਦੇ ਲਈ ਉਹਨਾਂ ਕੋਲ ਸਮਾਂ ਨਹੀਂ। ਦੁਨੀਆ ਦੇ ਵਿੱਚ ਘੰਟੇ ਵਿਅਰਥ ਬਿਤਾ ਦੇਣੇ ਆ, ਕਿਸੇ ਆਪਣਾ ਸ਼ੁਗਲ ਮੇਲੇ ਦੇ ਵਿੱਚ ਸਮਾਂ ਬਤੀਤ ਕਰ ਦੇਣਾ, ਕਿਸੇ ਮੇਲਿਆਂ ਦੇ ਵਿੱਚ ਸਮਾਂ ਬਤੀਤ ਕਰ ਦੇਣਾ, ਪਰ ਪਰਮੇਸ਼ਵਰ ਦੇ ਨਾਲ 1 ਘੰਟਾ ਜਾਂ 2 ਘੰਟੇ ਬਤੀਤ ਕਰਨ ਦਾ ਸਮਾਂ ਨਹੀਂ ਹੈ। ਅੱਜ ਮੈਂ 2 ਜਗ੍ਹਾ ਦੇ ਵਿੱਚ ਜਾ ਕੇ ਆਇਆ, ਜਿਸ ਜਗ੍ਹਾ ਦੇ ਵਿੱਚ 2 ਸਾਡੇ ਭਾਈ ਬਿਮਾਰ, ਔਰ ਜਦੋਂ ਮੈਂ ਘਰ ਪਹੁੰਚਿਆ ਤਾਂ ਮੇਰਾ ਵੀ ਹਾਲਤ ਖਰਾਬ, ਤੇ ਮੇਰਾ ਮਨ ਕਰਦਾ ਸੀ ਅੱਜ ਨਹੀਂ ਕਰਨਾ, ਅੱਜ ਛੱਡੋ, ਅੱਜ ਆਰਾਮ ਕਰਦੇ ਹਾਂ। ਪਰ ਨਹੀਂ, ਪਰਮੇਸ਼ਵਰ ਨੇ ਆਵਾਜ਼ ਦਿੱਤੀ, ਮੈਂ ਤੈਨੂੰ ਬਲ ਦਿਆਂਗਾ, ਤੂੰ ਕਰ। ਤੇ ਮੇਰਾ ਚੋਣ ਪਰਮੇਸ਼ਵਰ ਦੇ ਨਾਲ ਹੈ, ਸਰੀਰ ਦੇ ਨਾਲ ਨਹੀਂ, ਸਰੀਰ ਦੇ ਵਿਸ਼ਿਆਂ ਦੇ ਨਾਲ ਨਹੀਂ। ਮੇਰਾ ਜੋ ਵਿਸ਼ਾ ਹੈ ਉਹ ਆਤਮਾ ਦੇ ਨਾਲ। ਚਾਹੇ ਮੈਂ ਡਿੱਗਾ, ਚਾਹੇ ਮੈਂ ਮਰਾਂ, ਮੈਂ ਪਰਮੇਸ਼ਵਰ ਦੇ ਨਾਲ। ਮੇਰੀ ਬੇਟੀ ਨੇ ਮੈਨੂੰ ਕਿਹਾ, ਨਹੀਂ ਪਾਪਾ ਥੋੜਾ ਰੈਸਟ ਕਰ। ਪਰ ਪਰਮੇਸ਼ਵਰ ਦੇ ਨਾਲ ਮੇਰਾ ਕੰਪਰੋਮਾਈਜ਼ ਨਹੀਂ, ਪਰਮੇਸ਼ਵਰ ਦੇ ਵਚਨ ਦੇ ਨਾਲ ਮੇਰਾ ਕੰਪਰੋਮਾਈਜ਼ ਹੈ, ਜਿਹਦੇ ਵਿੱਚ ਮੇਰੇ ਕੋਲ ਜੀਵਨ ਹੈ। ਅੱਜ ਮੈਂ ਚੁਣਾਵ ਕਰਨਾ ਹੈ, ਮੈਂ ਕਿਹਦੇ ਮਗਰ ਚੱਲਣਾ ਹੈ। ਜੇ ਅਸੀਂ ਮਰ ਵੀ ਗਏ ਤਾਂ ਕਿੱਥੇ ਜਾਵਾਂਗੇ? ਪਰਮੇਸ਼ਵਰ, ਕਿਉਂਕਿ ਅਸੀਂ ਉਹਦੇ ਨਾਲ ਫੇਥ ਕਰਦੇ ਹਾਂ, ਉਹਦੇ ਨਾਲ ਵਿਸ਼ਵਾਸ ਕਰਦੇ ਹਾਂ। ਉਹਨੇ ਮੇਰੇ ਨਾਲ ਵਾਅਦਾ ਕੀਤਾ ਹੈ, ਜਿੱਥੇ ਮੈਂ ਉੱਥੇ ਤੁਸੀਂ ਵੀ ਹੋਵੋਗੇ। ਚੁਣਾਵ ਮੈਂ ਕਰਨਾ ਹੈ। ਇੱਕ ਅਸੀਂ ਗਾਣਾ ਗਾਉਂਦੇ ਹੁੰਦੇ ਹਾਂ, ਹਮ ਤੋਂ ਯੋਗੀ ਮਸੀਹ ਕੇ, बैरागी मसीह के, मर भी गए तो ऊपर मिलेंगे, जिंदा रहे तो फिर हम मिलेंगे। ਇਹ ਗੀਤ ਅਕਸਰ ਜਦੋਂ ਅਸੀਂ ਕਿਤੇ ਵੀ ਆਊਟਰੀਚ ਪ੍ਰਚਾਰ ਦੇ ਵਿੱਚ ਜਾਂਦੇ ਹਾਂ, ਪ੍ਰਭੂ ਦਾ ਵਚਨ ਸੁਣਾਉਂਦੇ ਹਾਂ, ਉੱਥੇ ਇਹ ਗੀਤ ਅਸੀਂ ਅਕਸਰ ਗਾਉਂਦੇ ਹਾਂ। जिंदा रहे तो फिर हम मिले, मर भी गए तो ऊपर मिलेंगे। ਉਹ ਸਾਡੇ ਲਈ ਸਥਾਨ ਹੈ। ਸਰੀਰ ਤਾਂ ਚਾਹੁੰਦਾ ਹੈ ਕਿ ਆਰਾਮ ਕਰੀਏ, ਬੰਦਗੀ ਤੋਂ ਦੂਰ ਹੋ ਜਾਈਏ, ਪਰ ਆਤਮਾ ਕਹਿੰਦੀ ਹੈ ਨਹੀਂ, ਤੈਨੂੰ ਮੇਰੇ ਪਰਮੇਸ਼ਵਰ ਦੇ ਨਾਲ ਮਿਲਣਾ ਹੈ, ਤੈਨੂੰ ਮੇਰੇ ਪਰਮੇਸ਼ਵਰ ਦੀ ਭਗਤੀ ਦਾ ਕੰਮ ਕਰਨਾ। ਚੁਣਾਵ ਮੇਰਾ ਹੈ, ਮੈਂ ਕੀ ਕਰ ਰਿਹਾ। ਕਿਉਂ? ਕਿਉਂਕਿ ਅਸੀਂ ਪਰਮੇਸ਼ਵਰ ਦੇ ਸਰੂਪ ਸਿਰਜੇ ਗਏ ਹਾਂ। ਜਿਹੜੇ ਪਰਮੇਸ਼ਵਰ ਦੇ ਸਰੂਪ ਸਿਰਜੇ ਗਏ ਹਾਂ, ਉਹਨਾਂ ਨੂੰ ਪਰਮੇਸ਼ਵਰ ਦੀ ਭਗਤੀ ਦੇ ਲਈ ਹੀ ਚੁਣਾਵ ਕਰਨਾ ਚਾਹੀਦਾ ਹੈ, ਸੰਸਾਰ ਦੇ ਲਈ ਨਹੀਂ। ਜਦੋਂ ਮੈਂ ਨੰਗਲ ਦੇ ਵਿੱਚ ਹੁੰਦਾ ਸਾਂ ਤਾਂ ਉੱਥੇ ਮੇਰੇ ਦੋਸਤ ਮੇਰੇ ਨਾਲ ਜਿਹੜੇ ਕਰਦੇ ਸੀ, ਉਹ ਕਹਿੰਦੇ ਅੱਜ ਜੇ ਅਸੀਂ ਚਲੇ ਗਏ ਤਾਂ ਸਾਡੀ 700 ਦੀ 600 ਦੀ ਦਿਹਾੜੀ ਟੁੱਟ ਜਾਣੀ। ਮੈਂ ਉਹਨਾਂ ਨੂੰ ਕਿਹਾ 2 ਘੰਟੇ ਪਰਮੇਸ਼ਵਰ ਨੂੰ ਦੇ ਕੇ ਦੇਖਿਓ, ਤੁਹਾਡੇ 2 ਘੰਟਿਆਂ ਦਾ ਵੀ ਉਹ ਮੁੱਲ ਦੇਵੇਗਾ। ਕਿਉਂਕਿ ਬਾਣੀ ਦੇ ਵਿੱਚ ਲਿਖਿਆ ਹੈ, ਉਹ ਇੱਕ ਫੋਕੇ ਪਾਣੀ ਦੇ ਗਲਾਸ ਦਾ ਮੁੱਲ ਸਾਡੇ ਕੋਲੋਂ ਨਹੀਂ ਲੈਂਦਾ, ਮਤਲਬ ਉਹਦਾ ਵੀ ਮੁੱਲ ਚੁਕਾ ਦਿੰਦਾ। ਤਾਂ ਫਿਰ ਇਹ ਤਾਂ 2 ਘੰਟੇ ਆ ਭਾਈ, ਉਹ ਕਿਉਂ ਨਹੀਂ ਦੇਗਾ? ਇੰਨਾ ਮਹਾਨ ਪਰਮੇਸ਼ਰ। ਅਸੀਂ ਚੁਣਾਵ ਕਰਨ ਦੇ ਵਿੱਚ ਅਸੀਂ ਢਿੱਲੇ ਹਾਂ, ਅਸੀਂ ਚੁਣਾਵ ਕਰਨ ਦੇ ਵਿੱਚ ਸਹੀ ਫੈਸਲਾ ਨਹੀਂ ਕਰਦੇ, ਇਸ ਕਰਕੇ ਅਸੀਂ ਡਿੱਗੇ ਹੋਏ ਹਾਂ। ਸ਼ਾਇਦ ਸਭ ਤੋਂ ਮਹੱਤਵਪੂਰਨ ਚੁਣੌਤੀ ਉਦੋਂ ਦਿੱਤੀ ਜਾਂਦੀ ਹੈ ਜਦੋਂ ਬਰੱਬਾ ਅਤੇ ਨਾਸਰਤ ਦੇ ਯਿਸੂ ਦੇ ਵਿਚਾਲੇ ਚੋਣ ਕਰਨੀ ਪੈਣੀ ਹੈ। ਪਰ ਲੋਕਾਂ ਨੇ ਚੁਣਾਵ ਕਿਹਦਾ ਕੀਤਾ? ਯਿਸੂ ਦਾ ਚੁਣਾਵ ਨਾ ਕਰਕੇ ਬਰੱਬਾ ਦਾ ਚੁਣਾਵ ਕੀਤਾ। ਬਰੱਬਾ ਦਾ ਮਤਲਬ ਕੀ ਆ? ਬਾਰ ਦਾ ਮਤਲਬ ਪੁੱਤਰ, ਅੱਬਾ ਦਾ ਮਤਲਬ ਪਿਤਾ। ਉਹਨਾਂ ਨੇ ਸੰਸਾਰ ਦੇ ਪਿਤਾ ਦੀ ਚੋਣ ਕੀਤੀ,
स्वर्गीय पिता दे बारे उन्होंने चनाव। इसे करके यूहन्ना 8:44 दे विच की लिखा है, तुसी अपने प्यो शैतान तो हो, तुसी उहदे विषयां नूं अपने जीवन विच पूरा करना चाहते हो। ਉਹ ਮਨੁੱਖ ਮੁੱਢੋਂ ਘਾਤਕ ਹੈ ਅਤੇ ਝੂਠ ਦਾ ਪਤੰਦਰ ਹੈ। ਅਸੀਂ ਚਨਾਵ ਆਦਮ ਦੀ ਸੰਤਾਨ ਹੋ ਕੇ ਆਦਮ ਵੰਸ਼ੀਆ ਦੀ ਤਰ੍ਹਾਂ ਕਰਦੇ ਹਾਂ। ਅਸੀਂ ਜੇ ਪਰਮੇਸ਼ਰ ਦੇ ਸਰੂਪ ਹੈ, ਪਰਮੇਸ਼ਰ ਦੇ ਵਿੱਚ ਅਸੀਂ ਇਹ ਤੌਬਾ ਕੀਤੀ ਹੈ, ਪ੍ਰਭੂ ਜੀ ਹੁਣ ਮੇਰਾ ਜੀਵਨ ਮੇਰਾ ਨਹੀਂ ਤੇਰਾ ਹੈ। ਅਸੀਂ ਇਹ ਤੌਬਾ ਕੀਤੀ ਹੈ, ਪ੍ਰਭੂ ਜੀ ਤੂੰ ਮੇਰੇ ਪਾਪਾ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਦੂਸਰੇ ਦਿਨ ਜੀ ਉੱਠਿਆ, ਹੁਣ ਤੂੰ ਮੇਰਾ ਪ੍ਰਭੂ ਹੈ। ਮੈਂ ਚੁਣਾਵ ਕੀਤਾ ਹੈ ਕਿ ਮੈਂ ਹੁਣ ਪ੍ਰਭੂ ਦੇ ਲਈ ਜੀਣਾ ਹੈ, ਮੈਂ ਸੰਸਾਰ ਦੇ ਲਈ ਨਹੀਂ, ਕਿਉਂਕਿ ਸੰਸਾਰ ਸਦਾ ਨਹੀਂ ਰਹੇਗਾ, ਸੰਸਾਰ ਇਸ ਦੁਨੀਆ ਦੇ ਵਿੱਚੋਂ ਮਿਟ ਜਾਏਗਾ, ਪਰ ਪ੍ਰਭੂ ਸਦਾ ਰਹੇਗਾ। ਮੈਂ ਵਾਅਦਾ ਕੀਤਾ ਹੈ ਮੈਂ ਪਰਮੇਸ਼ਰ ਦੇ ਨਾਲ ਚੱਲਣ ਦਾ, पर जदों संसार दे विच असीं आ जाते हैं तो असीं संसार दे नाल चलना शुरू कर देंगे, प्रभु दे नाल वायदा पूरा नहीं करते हैं। इस करके असीं मरे हुए हैं, इस करके असीं डिगे हुए हैं, क्योंकि असीं बरअब्बा दा चुनाव कर रहे हैं, यीशु मसीह दा चुनाव नहीं कर रहे। मेरे रिश्तेदार, मेरे दोस्त, मेरे मित्र, मेरा प्रोग्राम, मेरी पिकनिक, असीं दा प्रोग्राम करके बैठे। मेरी शॉप, मेरे काम, मेरे धंधे, प्रभु दे लई साडे कोल समा ही नहीं है, प्रभु दे वचन दे लई समा नहीं है, प्रभु दी संगत दे लई समा नहीं है, प्रभु दे कम्मां दे लई समा नहीं है। इस करके असीं मरे होए हां, असीं चुनाव नहीं कर रहे। यहोशू ने एक करैक्ट चुनाव किया, मैं अते मेरा घराना प्रभु दी सेवा करा। असीं की चुनाव किया है? असीं चुनाव ही नहीं कर रहे। नासरत दा यीशु कौन सी? ओ जिसने लोकां दी अपनी गवाही दे अनुसार सब कुछ चंगा कीता। मरकुस 7:37। ओ परमेश्वर दा पुत्र सी। इंज चोण तां शैतान अते परमेश्वर दे पुत्र दे विचाले सी। असीं किहनूं चुणांगे? बरअब्बा? प्रभु यीशु मसीह दे विच या शैतान दे विच? फैसला मेरे विच है। प्रभु जी ने कहा कोई मनुख दो मालकां दी सेवा नहीं कर सकता। तुसी परमेश्वर अते माया दोहां दी सेवा नहीं कर सकते। मत्ती 6:24। असी की फैसला कर रहे हैं? साडे विच की फैसला चल रहा है? की लड़ाई चल रही है? असी शैतान दे बारे सोचते हैं या परमेश्वर दे बारे सोचते हैं? असी इस युग दे बारे सोचते हैं या स्वर्ग दे बारे सोचते हैं? बाइबल च लिखिया स्वर्ग दीयां गल्लां दे उत्ते चित लाओ, पर असी गल्लां तां धरती दीयां करते हैं। मैं ओ कर लवां, मैं आ कर लवां, मैं इस तरह जी लवां। साडे फैसले बड़े गलत है। याकूब ने लिखिया दुचित्ता मनुख अपनियां सारे चलना विच चंचल है। यसू ने 12 नूं पुछया, चूजम दे लई 12 नूं पुछया तुसीं किहदे विचे जाना चाहते हो? पतरस ने जवाब दिता प्रभु जी असीं किहदे कोल जाइए? अनंत जीवन दीयां गल्लां तां तेरे कोल है। पतरस दा चुनाव बड़ा स्पष्ट सी कि अनंत जीवन दीयां गल्लां तां तेरे कोल है, सदा दीयां गल्लां तां तेरे कोल है, अमरता दीयां गल्लां तां तेरे कोल है, पवित्रता दा जीवन तां तेरे कोल है, शांति दा जीवन तां तेरे कोल है, प्रेम भरिया जीवन तेरे कोल है, आग्याकारिता दे विच चलण वाला मन तेरे कोल है। असीं तैनूं छड्ड के कित्थे जाइए? पतरस दा चोण तां प्रभु यीशु मसीह दे ते। पतरस दा चोण स्वर्ग दे उत्ते सी। पतरस दा चोण परमेश्वर दे नाल मिलन दा सी। ते साडा चोण किहदे नाल? जदों यूहन्ना 6:67 ते 68 दे विच पढ़दे हां तां पतरस अपने चुनाव नूं साफ प्रगट कर दिंदा है कि साडा जीवना तां प्रभु यीशु मसीह दे नाल। आओ प्रभु दी सेवा अपनी ताकत,
ਸਮਾਂ ਤੇ ਵਿੱਤੀ ਸਾਧਨਾ ਨਾਲ ਕਰਨ ਦਾ ਇੱਕ ਬੇਦਾਰ ਫੈਸਲਾ ਕਰੀਏ। ਆਓ ਇਹ ਅੱਜ ਹੀ ਕਰੀਏ, ਅਸੀਂ ਇਹ ਫੈਸਲਾ ਅੱਜ ਹੀ ਕਰੀਏ। ਪ੍ਰਭੂ ਭਾਵੇਂ ਦੁਨੀਆ ਪਲਟ ਜਾਏ, ਦੁਨੀਆ ਇੱਧਰ ਤੋਂ ਉੱਧਰ ਹੋ ਜਾਏ, ਮੈਂ ਤੇਰੇ ਪਿੱਛੇ ਚੱਲਾਂਗੀ, ਮੈਂ ਤੇਰਾ ਅਨੁਸਰਣ ਕਰਾਂਗੀ, ਮੈਂ ਤੇਰੇ ਹੀ ਨਾਮ ਦੀ ਸਦਾਵਾਂਗੀ, ਕਿਉਂਕਿ ਤੇਰੇ ਵਿੱਚ ਅਨੰਤ ਜੀਵਨ ਦੀਆਂ ਗੱਲਾਂ ਹੈ। ਜੇ ਤੁਸੀਂ ਅਨੰਤ ਜੀਵਨ ਪਾ ਲਿਆ ਹੈ ਤਾਂ ਤੁਸੀਂ ਸਵਰਗੀ ਆਸ ਵਿੱਚ ਉਹਦੇ ਵਚਨ ਦੇ ਪਿੱਛੇ ਚੱਲ ਕੇ ਉਸ ਦਾ ਸਹੀ ਚੁਣਾਵ ਕਰਕੇ ਉਸ ਮੰਜ਼ਿਲ ਤੇ ਪਹੁੰਚੋ। ਜੇ ਤੁਸੀਂ ਇਹ ਹਜੇ ਤੱਕ ਚੁਣਾਵ ਨਹੀਂ ਕੀਤਾ ਹੈ ਤਾਂ ਅੱਜ ਚੁਣਾਵ ਕਰੋ। ਪ੍ਰਭੂ ਜੀ, ਤੁਸੀਂ ਮੇਰੇ ਪਾਪੀ ਦੇ ਲਈ ਮਾਰੇ ਗਏ ਸੀ, ਤੁਸੀਂ ਮੇਰੇ ਪਾਪੀ ਦੇ ਲਈ ਆਪਣਾ ਜੀਵਨ ਦਿੱਤਾ ਸੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਮੇਰੇ ਲਈ ਮਾਰੇ ਗਏ, ਗੱਡੇ ਗਏ ਅਤੇ ਤੀਸਰੇ ਦਿਨ ਜੀ ਉੱਠੇ। ਹੁਣ ਤੁਸੀਂ ਮੇਰੇ ਪ੍ਰਭੂ ਹੋ। ਹੁਣ ਮੇਰਾ ਜੀਵਨ ਮੇਰਾ ਨਹੀਂ, ਹੁਣ ਤੇਰਾ ਹੈ। ਮੈਨੂੰ ਆਪਣੇ ਪਿੱਛੇ ਚੱਲਣ ਦੀ ਤਾਕਤ ਦਿਓ, ਕਿਉਂਕਿ ਮੇਰਾ ਚੁਣਾਵ ਤੇਰੇ ਲਈ ਹੀ ਹੈ, ਕਿਉਂਕਿ ਤੇਰੇ ਕੋਲ ਅਨੰਤ ਜੀਵਨ ਦੀਆਂ ਗੱਲਾਂ ਹੈ। ਇੰਨਾ ਜਦੋਂ ਤੁਸੀਂ ਕਹੋਗੇ ਤਾਂ ਤੁਸੀਂ ਪਰਮੇਸ਼ਵਰ ਦੀ ਸੰਤਾਨ ਹੋ ਕੇ ਅਨੰਤ ਜੀਵਨ ਦੇ, ਸਦਾ ਦੇ ਜੀਵਨ ਦੇ ਭਾਗੀਦਾਰ ਹੋ ਜਾਓਗੇ। ਔਰ ਪ੍ਰਭੂ ਤੁਹਾਨੂੰ ਇਸ ਜੀਵਨ ਦੇ ਵਿੱਚ ਆਪਣੀ ਸੱਚੀ ਸ਼ਾਂਤੀ, ਸੱਚਾ ਪ੍ਰੇਮ ਔਰ ਸੱਚਾ ਆਨੰਦ ਔਰ ਸੱਚਾਈ ਦੀ ਗੱਲ ਅਤੇ ਸੱਚਾਈ ਦਾ ਰਾਹ ਤੁਹਾਡੇ ਜੀਵਨ ਦੇ ਵਿੱਚ ਬਣ ਕੇ ਤੁਹਾਡੇ ਨਾਲ ਚੱਲੇਗਾ। ਪ੍ਰਭੂ ਆਪ ਦੇ ਜੀਵਨ 'ਚ ਅਜਿਹਾ ਹੋਣ ਤੇ ਲਈ ਮਦਦ ਕਰੇ। ਸਾਰਿਆਂ ਨੂੰ ਜੈ ਮਸੀਹ ਦੀ। ਮਾਰਾਨਾਥਾ।